क्वेश्चन नंबर 9 ਇਹਦੇ ਵਿੱਚ ਸਾਨੂੰ ਉਹਨਾਂ ਨੇ एक्स वाई एंड एक्स डैश ਤੇ वाई डैश आर टू पैरेलल टेंजेंट ਦੇ ਦਿੱਤੇ ਹੋਏ ਜਿੱਦਾਂ एक्स वाई और एक्स डैश और वाई डैश ठीक है टू ए सर्कल एक सर्कल हैगा आ ठीक है तो एक्स वाई ਜਿਹੜਾ पी ਦੇ ਉੱਪਰ ਪੁਆਇੰਟ ਆਫ ਕੰਟੈਕਟ ਬਣਾ ਰਿਹਾ ਔਰ एक्स डैश और वाई डैश ਜਿਹੜੀ ਟੇਂजेंट ਆ क्यू ਦੇ ਉੱਪਰ ਪੁਆਇੰਟ ਆਫ ਕੰਟੈਕਟ ਬਣਾ ਰਹੀ ਹੈ ਠੀਕ ਹੈ ए भी एक होर टेंजेंट आ ਜਿਹੜੀ ਕਿ ਪੁਆਇੰਟ ਆਫ ਕੰਟੈਕਟ ਜਿਹਦਾ सी ਹੈਗਾ ਆ ਠੀਕ ਹੈ ਸੋ ਇਹ ਸਾਨੂੰ ਗਿਵਨ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਪ੍ਰੂਵ ਕਰਨ ਵਾਸਤੇ ਕਿ ਕਿਹਾ ਕਿ ਜਿਹੜਾ ਐਂਗਲ ਏ ਓ ਬੀ ਆ ਉਹਨੂੰ ਅਸੀਂ 90 ਡਿਗਰੀ ਪ੍ਰੂਵ ਕਰਨਾ ਆ ਠੀਕ ਹੈ ਇਹ ਵਾਲਾ ਜਿਹੜਾ ਐਂਗਲ ਆ ਇਹਨੂੰ ਅਸੀਂ 90 ਡਿਗਰੀ ਪ੍ਰੂਵ ਕਰਨਾ ਆ ਦੇਖੋ ਬੱਚੇ ਇਹਦੇ ਵਾਸਤੇ ਮੈਂ ਕੀ ਕਰੂੰਗੀ ਕਿ ਜਿਹੜਾ ਗਿਵਨ ਆ ਉਹ ਤੁਸੀਂ ਇਹ ਸਾਰੀ ਲਾਈਨ ਤੋਂ ਲੈ ਕੇ ਇਹ ਵਾਲੀ ਲਾਈਨ ਦੇ ਵਿੱਚ ਤੁਹਾਨੂੰ ਸਭ ਕੁਝ ਗਿਵਨ ਆ ਇਹ ਤੁਸੀਂ ਗਿਵਨ ਵਿੱਚ ਲਿਖਣਾ ਔਰ ਜਿਹੜਾ ਪ੍ਰੂਵ ਹੈਗਾ ਵਾ ਕਿ ਅਸੀਂ ਪ੍ਰੂਵ ਕੀ ਕਰਨਾ ਜਿਹੜਾ ਸੈਕਿੰਡ ਸਟੈਪ ਆ ਉਹ ਤੁਸੀਂ ਇਹ ਵਾਲਾ ਸਟੈਪ ਲਿਖਣਾ ਆ ਮੈਂ ਸਿੱਧਾ ਕੰਸਟਰਕਸ਼ਨ 'ਤੇ ਆਉਂਦੀ ਆ ਕੰਸਟਰਕਸ਼ਨ ਦੇ ਵਿੱਚ ਬੱਚੇ ਕੀ ਆ ਕਿ ਓ ਨੂੰ ਤੇ ਸੀ ਨੂੰ ਅਸੀਂ ਜੁਆਇਨ ਕਰਨਾ ਹੈ ਠੀਕ ਹੈ ਕੰਸਟਰਕਸ਼ਨ ਦਾ ਸਿਰਫ ਇਹੋ ਹੀ ਸਟੈਪ ਹੈ ਕਿ ਜੁਆਇਨ ਓ ਐਂਡ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਪ੍ਰੂਫ 'ਤੇ ਪ੍ਰੂਫ ਦੇ ਵਿੱਚ ਨਾ ਮੈਂ ਦੋ ਟਰਾਇੰਗਲ ਲੈ ਰਹੀ ਹਾਂ ਦੇਖੋ ਬੱਚੇ ਇੱਕ ਲੈ ਰਹੀ ਹਾਂ ਮੈਂ ਏ ਓ ਪੀ ਔਰ ਦੂਸਰਾ ਲੈ ਰਹੀ ਹਾਂ ਮੈਂ ਏ ਓ ਸੀ ਠੀਕ ਹੈ ਇਹ ਦੋ ਟਰਾਇੰਗਲ ਇਹਨਾਂ ਦੋਵਾਂ ਟਰਾਇੰਗਲਸ ਨੂੰ ਅਸੀਂ ਕੌਂਗਰੈਂਟ ਪ੍ਰੂਵ ਕਰਨਾ ਵਾ ਉਹਦੇ ਵਾਸਤੇ ਸਾਨੂੰ 3 ਸ਼ਰਤਾਂ ਚਾਹੀਦੀਆਂ ਸੋ ਸਭ ਤੋਂ ਪਹਿਲੀ ਸ਼ਰਤ ਜਿਹੜੀ ਮੈਂ ਲਿਖ ਰਹੀ ਹਾਂ ਦੇਖੋ ਬੱਚੇ ਸੋ ਟਰਾਇੰਗਲ ਏ ਓ ਪੀ ਐਂਡ ਏ ਓ ਸੀ ਇਹਨਾਂ ਨੂੰ ਕੌਂਗਰੈਂਟ ਪ੍ਰੂਵ ਕਰਨ ਵਾਸਤੇ ਇਹਨਾਂ ਦੇ ਵਿੱਚ ਅਸੀਂ ਸ਼ਰਤਾਂ ਦੇਖਣੀਆਂ ਕਿ ਕਿਹੜੀਆਂ ਆ ਰਹੀਆਂ ਜੇਕਰ ਮੈਂ ਗੱਲ ਕਰਾਂ ਓ ਪੀ ਤੇ ਓ ਸੀ ਦੀ ਇਹ ਇੱਕ ਸਰਕਲ ਦੇ ਰੇਡੀਅਸ ਬਣ ਰਹੇ ਆ ਠੀਕ ਹੈ ਓ ਪੀ ਜਿਹੜਾ ਵਾ ਇਹ ਵਾਲੇ ਟਰਾਇੰਗਲ ਦਾ ਹਿੱਸਾ ਔਰ ਜਿਹੜੀ ਓ ਸੀ ਉਹ ਇਹ ਵਾਲੇ ਟਰਾਇੰਗਲ ਦਾ ਹਿੱਸਾ ਆ ओ पी इज इक्वल ओ सी क्यों इक्वल आ क्योंकि रेडियस आ ठीक है एक शर्त ये होगी और एक शर्त ओ ए जिहड़ा हैगा दोवां ट्रायंगल दा कॉमन है इस करके ओ ए इज इक्वल ओ ए क्योंकि ए की आ कॉमन आ उस तो बाद साडे कोल जिहड़ी तीसरी शर्त आउंदी आ ए पी ਤੇ ਏ ਸੀ ਹੁਣ ਇਹ ਕਿਉਂ ਆਉਣ ਲਈ ਆ ਜੇਕਰ ਅਸੀਂ ਧਿਆਨ ਨਾਲ ਦੇਖੀਏ ਤੇ ਜਿਹੜਾ ਏ ਪੀ ਆ ਔਰ ਜਿਹੜਾ ਏ ਸੀ ਆ ਕਿਸੇ ਸਰਕਲ ਦੇ ਉੱਤੇ ਟੇਂਜੈਂਟਸ ਆ ਜਿਹੜੀਆਂ ਕਿ ਬਾਹਰ ਵਾਲੇ ਪੁਆਇੰਟ ਤੋਂ ਡਰਾ ਹੋ ਰਹੀਆਂ ਸੋ ਇਹ ਤੁਸੀਂ ਕਰਕੇ ਵੀ ਆਏ ਹੋ ਕਿ ਇੱਕ ਸਰਕਲ ਤੇ ਜੇਕਰ ਅਸੀਂ ਉਹਨੂੰ ਬਾਹਰੋਂ ਦੇਖੀਏ ਤੇ ਇਹ ਵਾਲਾ ਜਿਹੜਾ ਪੁਆਇੰਟ ਹੈਗਾ ਉਹ ਏ ਆ ਤੇ ਇਹ ਵਾਲਾ ਪੁਆਇੰਟ ਹੈਗਾ ਪੀ ਔਰ ਇਹ ਵਾਲਾ ਪੁਆਇੰਟ ਹੈਗਾ ਸੀ ਠੀਕ ਹੈ ਦੋਵੇਂ ਸਰਕਲ ਦੇ ਉੱਪਰ ਡਿੱਗ ਰਹੀਆਂ ਔਰ ਜਿਹੜੀਆਂ ਐਕਸਟਰਨਲ ਪੁਆਇੰਟ ਤੋਂ ਦੋ ਟੇਂਜੈਂਟ ਆਪਾਂ ਡਰਾ ਕਰਦੇ ਉਹਨਾਂ ਦੀ ਜਿਹੜੀ ਲੈਂਥ ਹੁੰਦੀ ਉਹ ਸੇਮ ਹੁੰਦੀ ਹੈ ਯਾਨੀ ਕਿ ਜਿਹੜਾ ਏ ਪੀ ਆ ਉਹ ਕਿਹਦੇ ਇਕੁਅਲ ਆਉਂਦਾ ਏ ਸੀ ਦੇ ਇਕੁਅਲ ਆਉਂਦਾ ਆ ਇਸ ਕਰਕੇ ਮੈਂ ਏ ਪੀ ਨੂੰ ਏ ਸੀ ਦੇ ਇਕੁਅਲ ਲਿਖਾਂਗੀ ਔਰ ਇੱਥੇ ਮੈਂ ਰੀਜ਼ਨ ਇਹ ਦੇਵਾਂਗੀ ਕਿ ਲੈਂਥ ਆਫ ਟੇਂਜੈਂਟਸ drawn from external point are equal ठीक है सो 3 शर्तां साडे कोल आ गईयां वा इट मीनस ट्रायंगल ए ओ पी जिहड़ा कॉन्ग्रेंट होगा ट्रायंगल ए ओ सी दे जेकर एक कॉन्ग्रेंट आ दैन मैं की लिख सकदी हाँ कि जिहड़ा इहदे विच ना मैं एंगल्स दे नाम पहलां देण लगी हाँ 1 और ए 2 ਇਹਦਾ 3 और ਇਹਦਾ 4 ठीक है ਜੇਕਰ ਇਹ ਟਰਾਇੰਗਲ ਜਿਹੜਾ ਹੈਗਾ ਵਾ ਤੇ ਇਹ ਟਰਾਇੰਗਲ ਇਕੁਅਲ ਇਟ ਮੀਨਸ ਇਹਨਾਂ ਦੇ ਜਿਹੜੇ ਐਂਗਲਸ ਹੋਣਗੇ ਉਹ ਵੀ ਇਕੁਅਲ ਹੋਣਗੇ ਯਾਨੀ ਕਿ ਜਿਹੜਾ ਐਂਗਲ 1 ਆ ਐਂਗਲ 2 ਦੇ ਇਕੁਅਲ ਆਊਗਾ ਇੱਥੇ ਮੈਂ ਲਿਖ ਦੇਵਾਂਗੀ CPCT ਕੋਰਸਪੋਂਡਿੰਗ ਪਾਰਟਸ ਆਫ ਕੌਂਗਰੈਂਟ ਟਰਾਇੰਗਲ ਕਿਉਂਕਿ ਦੋਵਾਂ ਟਰਾਇੰਗਲ ਅਸੀਂ ਕੌਂਗਰੈਂਟ ਪ੍ਰੂਵ ਕਰ ਚੁੱਕੇ ਇਸ ਕਰਕੇ ਇਹਨਾਂ ਦੇ ਜਿਹੜੇ ਕੋਰਸਪੋਂਡਿੰਗ ਪਾਰਟਸ ਉਹ ਵੀ ਇਕੁਅਲ ਹੋਣਗੇ ਐਂਗਲ 1 ਨੂੰ ਮੈਂ ਐਂਗਲ 2 ਦੇ ਇਕੁਅਲ ਕਰ ਦਿੱਤਾ ਸਿਮਿਲਰਲੀ ਜਿਹੜਾ ਨੀਚੇ ਵਾਲਾ ਪੋਰਸ਼ਨ ਹੈ ਤਾਂ ਉੱਪਰ ਵਾਲਾ ਅਸੀਂ ਦੋਵਾਂ ਟਰਾਇੰਗਲ ਨੂੰ ਸ਼ੁਰੂ ਕੀਤਾ ਨਾ ਨੀਚੇ ਵਾਲਾ ਜਿਹੜਾ ਹੈਗਾ ਵਾ ਉਹ ਵੀ ਇਸੇ ਤਰੀਕੇ ਨਾਲ ਕਰਨਾ ਕਿ ਇਹਨਾਂ ਦੋਵਾਂ ਟਰਾਇੰਗਲਸ ਨੂੰ ਲੈ ਕੇ ਕੌਂਗਰੈਂਟ ਪ੍ਰੂਵ ਕਰਨਾ ਵਾ ਜੇਕਰ ਇਹ ਕੌਂਗਰੈਂਟ ਪ੍ਰੂਵ ਹੋ ਜਾਂਦੇ ਆ ਤੇ 3 ਤੇ 4 ਜਿਹੜਾ ਵਾ ਉਹ ਵੀ ਇਕੁਅਲ ਹੋ ਜਾਣਗੇ ਇਸ ਕਰਕੇ ਮੈਂ ਇੱਥੇ ਸਿਮਿਲਰਲੀ ਐਂਗਲ 3 ਐਂਗਲ 4 ਦੇ ਇਕੁਅਲ ਆ ਮੈਨੂੰ ਮੈਂ ਸੋਲਵ ਨਹੀਂ ਕੀਤਾ ਮੈਂ ਲਿਖ ਦਿੱਤਾ ਆ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਵਾ CPCT ਵਾਲਾ ਇਕੁਏਸ਼ਨ 1 ਮੰਨ ਲਵਾਂਗੇ ਇਹਨੂੰ ਇਕੁਏਸ਼ਨ 2 ਮੰਨ ਲਵਾਂਗੇ ਠੀਕ ਹੈ ਦੇਖੋ ਬੱਚੇ ਜਿਹੜੀ POQ ਇੱਕ ਸਟਰੇਟ ਲਾਈਨ ਆ ਠੀਕ ਹੈ ਤੇ ਜਿਹੜੀ ਸਟਰੇਟ ਲਾਈਨ ਆ ਉਹਦੇ ਉੱਤੇ ਜਿੰਨੇ ਵੀ ਐਂਗਲ ਬਣਦੇ ਹੋਣ ਉਹ ਸਾਰੇ 180 ਡਿਗਰੀ ਦੇ ਇਕੁਅਲ ਹੁੰਦੇ ਸਾਰੇ ਲੀਨੀਅਰ ਪੇਅਰ ਹੁੰਦੇ ਇੱਕ ਸਟਰੇਟ ਲਾਈਨ ਉਹਦੇ ਉੱਤੇ ਮੰਨ ਲਓ ਕੋਈ ਵੀ ਐਂਗਲ ਇੱਕ ਐਂਗਲ ਬਣਦਾ ਹੋਵੇ ਭਾਵੇਂ 4 ਐਂਗਲ ਬਣਦੇ ਹੋਣ ਚਾਰਾਂ ਦਾ ਜਿਹੜਾ ਜੋੜ ਹੁੰਦਾ ਵਾ ਉਹ 180 ਡਿਗਰੀ ਦੇ ਇਕੁਅਲ ਹੁੰਦਾ ਕਿਉਂਕਿ ਲੀਨੀਅਰ ਪੇਅਰ ਐਂਗਲ ਹੁੰਦੇ ਆ ਹੁਣ ਸਾਡੇ ਕੋਲ POQ ਇੱਕ ਸਟਰੇਟ ਲਾਈਨ ਆ POQ ਇਜ਼ ਏ ਸਟਰੇਟ ਲਾਈਨ ਤੇ ਇਹਦੇ ਉੱਤੇ 4 ਐਂਗਲ ਬਣਦੇ ਪਏ ਆ ਹੈ ਨਾ ਐਂਗਲ 1 ਐਂਗਲ 2 ਐਂਗਲ 3 ਔਰ ਐਂਗਲ 4 ਤੇ ਇਹਨਾਂ ਸਾਰਿਆਂ ਦਾ ਜੋੜ ਮੈਂ 180 ਡਿਗਰੀ ਲਿਖਾਂਗੀ ਐਂਗਲ 1 ਪਲੱਸ ਐਂਗਲ 2 प्लस एंगल 3 और एंगल 4
ਦਾ ਜੋੜ 180 ਡਿਗਰੀ ਬ੍ਰੈਕਟ ਵਿੱਚ ਅਸੀਂ ਲਿਖ ਦੇਵਾਂਗੇ। ਲੀਨੀਅਰ ਪੇਅਰ ਐਂਗਲ ਆ ਸਾਰੇ, ਇਸ ਕਰਕੇ। ਸੋ ਸਾਨੂੰ ਹੁਣ ਦੇਖੋ ਆਪਾਂ ਜੇ ਗੱਲ ਕਰੀਏ ਤਾਂ ਸਾਨੂੰ ਸਿਰਫ 2 ਅਤੇ 3 ਚਾਹੀਦਾ, ਕਿਉਂਕਿ ਆਪਾਂ ਆਹ ਵਾਲਾ ਜਿਹੜਾ ਹੈਗਾ ਨਾ AOC ਦੀ ਸਿਰਫ ਇੰਨੀ ਹੱਦ ਆ, 2 ਔਰ 3 ਇਹਦੇ ਵਿੱਚ ਆ ਰਹੇ ਆ, ਅਤੇ 2 ਅਤੇ 3 ਐਂਗਲ ਚਾਹੀਦੇ। ਇਹਨਾਂ ਨੂੰ ਅਸੀਂ 90 ਡਿਗਰੀ ਦੇ ਇਕੁਅਲ ਪ੍ਰੂਵ ਕਰਨਾ ਵਾ 2 ਔਰ 3 ਨੂੰ। ਇਸ ਕਰਕੇ ਮੈਂ ਕੀ ਕਰੂੰਗੀ ਕਿ ਨਾ ਤਾਂ ਮੈਨੂੰ ਐਂਗਲ 1 ਚਾਹੀਦਾ ਅਤੇ ਨਾ ਐਂਗਲ 4, ਔਰ ਐਂਗਲ 1 ਨੂੰ ਅਸੀਂ ਪ੍ਰੂਵ ਕਰਕੇ ਆਏ ਹਾਂ ਐਂਗਲ 2 ਦੇ ਇਕੁਅਲ। ਐਂਗਲ 1 ਦੀ ਜਗ੍ਹਾ 'ਤੇ ਮੈਂ ਐਂਗਲ 2 ਲਿਖ ਦੇਵਾਂਗੀ। ਐਂਗਲ 3 ਮੈਨੂੰ ਚਾਹੀਦਾ, ਐਂਗਲ 3 ਦਾ 3, ਐਂਗਲ 4 ਦੀ ਜਗ੍ਹਾ 'ਤੇ ਐਂਗਲ 3 ਲਿਖ ਦੇਵਾਂਗੇ। ਇਹ ਵੀ 2 ਹੋ ਗਏ, ਔਰ 3 ਅਤੇ 3 ਇਹ ਵੀ 2 ਐਂਗਲ ਹੋ ਗਏ। ਹੁਣ ਜੇ ਮੈਂ 2 ਨੇ ਇਹਨਾਂ ਦੇ ਵਿੱਚੋਂ ਕਾਮਨ ਕੱਢ ਲਵਾਂ ਤਾਂ ਮੇਰੇ ਕੋਲ ਬ੍ਰੈਕਟ ਵਿੱਚ ਐਂਗਲ 2 ਪਲੱਸ ਐਂਗਲ 3 ਬਚ ਜਾਏਗਾ। ਤਾਂ ਆ ਜਿਹੜਾ 2 ਇੱਧਰ ਮਲਟੀਪਲਾਈ ਹੋ ਰਿਹਾ ਉੱਧਰ ਜਾ ਕੇ ਡਿਵਾਈਡ ਹੋ ਜਾਏਗਾ। ਸੋ ਐਂਗਲ 2 ਔਰ ਐਂਗਲ 3 ਦੀ ਵੈਲਿਊ ਆ ਗਈ 90 ਡਿਗਰੀ, ਠੀਕ ਹੈ। ਅਤੇ ਇਹੀ ਸਾਨੂੰ ਚਾਹੀਦਾ ਸੀ। ਅਤੇ ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਐਂਗਲ 2 ਔਰ ਐਂਗਲ 3 ਦਾ ਜਿਹੜਾ ਪਲੱਸ ਆ ਉਹ AOB ਦੇ ਇਕੁਅਲ ਆ, ਅਤੇ AOB ਹੀ ਸਾਨੂੰ ਚਾਹੀਦਾ ਸੀਗਾ, ਅਤੇ ਇਹ ਅਸੀਂ ਪ੍ਰੂਵ ਕਰ ਚੁੱਕੇ ਹਾਂ। ਦੈਟਸ ਇਟ।